ਡੀਅਰ ਸਟੂਡੈਂਟ, ਤੁਹਾਨੂੰ ਸਰਦੀ ਦੀਆਂ ਛੁੱਟੀਆਂ ਹੋਈਆਂ ਨੇ ਤੇ ਤੁਹਾਨੂੰ ਸਕੂਲ ਵੱਲੋਂ ਇੱਕ ਅਸਾਈਨਮੈਂਟ ਮਿਲੀ ਹੈ। ਇਹਦੇ ਵਿੱਚ ਬੇਟਾ ਜੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਵੱਲੋਂ ਇਹ ਤੁਹਾਨੂੰ ਸਾਰੇ ਲੈਸਨ ਦੀਆਂ 1 ਮਾਰਕ ਵਾਲੇ ਅਸਾਈਨਮੈਂਟਸ ਮਿਲੀ ਹੈ ਤਾਂ ਕਿ ਤੁਸੀਂ ਇਹਨਾਂ ਨੂੰ ਪੜ੍ਹ ਸਕੋ। ਔਰ ਤੁਸੀਂ ਜਦੋਂ ਇਹਨੂੰ ਪੜ੍ਹੋਗੇ ਤੁਸੀਂ ਦੇਖੋਗੇ ਵੀ ਕਿ ਕਾਫੀ ਜਿਹੜੇ ਕੁਐਸਚਨ ਨੇ ਜਿਹੜੇ ਤੁਹਾਡੇ ਪਿੱਛੇ ਪੈਸ ਦੇ ਜਾਂ ਸਤੰਬਰ ਦੇ ਜਾਂ ਨਵੰਬਰ ਦੇ ਪੇਪਰ ਹੋਏ ਨੇ ਇਹਨਾਂ ਵਿੱਚੋਂ ਆਏ ਨੇ। ਸੋ ਤੁਸੀਂ ਲੱਗ ਕੇ ਇਹਨਾਂ ਦੀ ਤਿਆਰੀ ਕਰਨੀ ਹੈ। ਮੈਂ ਤੁਹਾਨੂੰ ਇਹਨਾਂ ਨੂੰ ਇੱਕ ਵਾਰੀ ਫੇਰ ਰਿਵਾਈਜ਼ ਕਰਵਾਉਣ ਲੱਗੀ ਹਾਂ। ਸੋ ਸਾਰਿਆਂ ਨੇ ਪੇਪਰਾਂ ਦੇ ਵਿੱਚ ਇਹਦੀ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ। ਹਾਂਜੀ ਬੇਟਾ, ਫਰਸਟ ਕੁਐਸਚਨ ਹੈ Mira's mother took some chickpeas in the vessel and added water to them. After some time, all seeds started floating on the surface of water. What would be the reason? ਮੀਰਾ ਦੀ ਮਦਰ ਨੇ ਚਨੇ ਜਿਹੜੇ ਸੀਗੇ ਉਹਨੇ ਇੱਕ ਕੰਟੇਨਰ ਦੇ ਵਿੱਚ ਜਾਂ ਪਤੀਲੇ ਦੇ ਵਿੱਚ ਪਾਏ ਔਰ ਉਹਦਾ ਤੇ ਪਾਣੀ ਪਾਇਆ ਤੇ ਦੇਖਿਆ ਥੋੜੀ ਦੇਰ ਨੂੰ ਕਿ ਜਿਹੜੇ ਕੁਝ ਸੀਡ ਸੀਗੇ ਜਿਹੜੇ ਉਹ ਪਾਣੀ ਦੀ ਸਤ੍ਹਾ ਦੇ ਉੱਪਰ ਤੈਰਨ ਲੱਗ ਪਏ। ਇਹਦਾ ਕੀ ਕਾਰਨ ਹੋ ਸਕਦਾ ਹੈ? ਸੀਡਸ ਆਰ ਅਨਹੈਲਦੀ, ਸੀਡਸ healthy ਨਹੀਂ ਸੀ ਜਾਂ seeds are healthy, some seeds are unhealthy and some are healthy, cannot say anything। ਤਾਂ ਇਹਦੇ ਵਿੱਚ ਬੇਟਾ ਕੁਐਸਚਨ ਲਿਖਿਆ ਹੈ ਕਿ ਕੁਝ ਜਿਹੜੇ all seeds ਜਿਹੜੇ ਸੀਗੇ ਉਹ ਤੈਰਨ ਲੱਗ ਪਏ। ਜਿਹੜੇ ਸਾਰੇ ਸੀਡ ਸੀਗੇ ਤੈਰਨ ਲੱਗ ਪਏ, ਇਹਦਾ ਮਤਲਬ ਜਿਹੜੇ ਸੀਡ ਸੀਗੇ ਅਨਹੈਲਦੀ ਸੀ, ਅੰਦਰੋਂ ਖੋਖਲੇ ਹੋ ਚੁੱਕੇ ਸੀ, ਉਹਨਾਂ ਨੂੰ ਕਿਸੇ ਜਿਹੜੇ ਸੁਸਰੀ ਵਗੈਰਾ ਲੱਗ ਜਾਂਦੀ ਹੈ ਉਹਨਾਂ ਨੇ ਖਾ ਲਿੱਤਾ ਸੀ ਤੇ ਉਹ ਹਲਕੇ ਹੋ ਕੇ ਉੱਪਰ ਆ ਗਏ। ਸੋ ਸੀਡਸ ਆਰ unhealthy। Jagseer saw his mother adding dry neem to the metal vessel filled with wheat. Jagseer asked the reason for this from his mother. What would be his mother's reply? ਜਗਸੀਰ ਨੇ ਦੇਖਿਆ ਕਿ ਉਸਦੇ ਮਾਤਾ ਜੀ ਕੁਝ ਨੀਮ ਦੀਆਂ ਪੱਤੀਆਂ, ਸੁੱਕੀਆਂ ਨੀਮ ਦੀਆਂ ਪੱਤੀਆਂ ਜਿਹਦੇ ਵਿੱਚ ਕਣਕ ਆਪਾਂ ਰੱਖਦੇ ਹਾਂ, ਮੈਟਲ ਦਾ ਵੈਸਲ ਹੁੰਦਾ ਹੈ ਤਾਂ ਉਸਦੇ ਵਿੱਚ ਪਾਇਆ। ਤਾਂ ਜਗਸੀਰ ਨੇ ਪੁੱਛਿਆ ਕਿ ਇਹਦੇ ਵਿੱਚ ਕਿਉਂ ਪਾਇਆ ਗਿਆ ਹੈ ਤਾਂ ਉਹਦੀ ਮਦਰ ਦਾ ਕੀ ਰਿਪਲਾਈ ਸੀ? ਨੰਬਰ 1 ਟੂ ਪ੍ਰੋਟੈਕਟ ਦਾ ਕਲਰ ਆਫ ਦਾ ਵੀਟ, ਇਹਦੇ ਨਾਲ ਜਿਹੜਾ ਕਣਕ ਦਾ ਕਲਰ ਹੈ ਖਰਾਬ ਨਹੀਂ ਹੁੰਦਾ। ਸੈਕਿੰਡ, ਸੋ ਦੈਟ ਦਾ ਟੇਸਟ ਆਫ ਦਾ ਵੀਟ ਇਜ਼ ਇਨਹੈਂਸ, ਇਹਦੇ ਨਾਲ ਵੀਟ ਦਾ ਯਾਨੀ ਕਿ ਕਣਕ ਦਾ ਜਿਹੜਾ ਟੇਸਟ ਹੈ ਉਹ ਵਧੀਆ ਹੋ ਜਾਂਦਾ ਹੈ। ਟੂ ਪ੍ਰੋਟੈਕਟ ਇਟ ਫਰੋਮ ਮਾਈਕਰੋ ਆਰਗੇਨਿਜ਼ਮ। ਨੰਬਰ 4 ਨਨ ਆਫ ਦਾ ਅਬਵ। ਤਾਂ ਬੱਚਿਓ ਜਿਹੜੀਆਂ ਨੀਮ ਦੀਆਂ ਪੱਤੀਆਂ ਨੇ ਇੱਕ ਐਂਟੀਬਾਇਓਟਿਕਸ ਹੈ ਔਰ ਇਹ ਕੀ ਕਰਦੀਆਂ ਨੇ, ਇਹ ਮਾਈਕਰੋ ਆਰਗੇਨਿਜ਼ਮ ਨੂੰ ਜਿਹੜਾ ਹੈ ਡਿਵੈਲਪ ਨਹੀਂ ਕਰਨ ਦਿੰਦੀਆਂ। ਸੋ ਇਹਦਾ ਆਨਸਰ ਕੀ ਆ ਜਾਏਗਾ? ਟੂ ਪ੍ਰੋਟੈਕਟ ਇਟ ਫਰੋਮ ਦਾ ਮਾਈਕਰੋ ਆਰਗੇਨਿਜ਼ਮ। Next ਆ ਗਿਆ Darinder saw his father removing unwanted plant from his field and asked him, what is this process called? What would be his father's reply? ਨਰਿੰਦਰ ਨੇ ਦੇਖਿਆ ਕਿ ਉਹਦੇ ਪਿਤਾ ਜੀ ਕੁਝ ਅਨਵਾਂਟਿਡ ਪਲਾਂਟ, ਮਤਲਬ ਜਿਹੜੇ ਸਾਨੂੰ ਪਲਾਂਟਸ ਨਹੀਂ ਚਾਹੀਦੇ ਉਹਨਾਂ ਦੇ ਖੇਤਾਂ ਵਿੱਚ ਜਿਹੜੇ ਪਲਾਂਟਸ ਲਗਾਏ ਸੀ ਉਸ ਤੋਂ ਇਲਾਵਾ ਕੁਝ ਹੋਰ ਵੀ ਪਲਾਂਟ ਲੱਗ ਗਏ ਔਰ ਉਹ ਪੁੱਟ ਰਹੇ ਸੀਗੇ। ਤਾਂ ਉਹਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਇਸ ਪ੍ਰੋਸੈਸ ਨੂੰ ਕੀ ਕਹਿੰਦੇ ਹਨ। ਤਾਂ what would be his father's reply? ਉਹਦੇ ਪਿਤਾ ਜੀ ਦਾ ਕੀ ਜਵਾਬ ਸੀ? weeding, tilling, plowing, harvesting। ਬੱਚਿਓ ਆਪਾਂ ਪਹਿਲਾਂ ਪੜ੍ਹ ਕੇ ਆਏ ਆ ਕਿ ਜਿਹੜੇ ਅਨਵਾਂਟਿਡ ਜਿਹੜੇ ਪਲਾਂਟਸ ਹੈ ਖੇਤਾਂ ਦੇ ਵਿੱਚ ਉਗ ਜਾਂਦੇ ਨੇ ਜਿਹੜੇ ਸਾਨੂੰ ਨਹੀਂ ਚਾਹੀਦੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀਡਸ। ਸੋ ਵੀਡ ਨੂੰ ਪੁੱਟਣਾ ਕੀ ਕਹਿੰਦੇ ਨੇ? ਵੀਡਿੰਗ। ਸੋ ਆਨਸਰ ਕੀ ਆ ਜਾਏਗਾ? ਵੀਡਿੰਗ। Next question. Gurjan's father has bought a tool used in agriculture as shown in below. What is this tool called? ਬੇਟਾ ਫਰਸਟ ਲੈਸਨ ਦੇ ਵਿੱਚ ਕੁਝ ਜਿਹੜੇ ਐਗਰੀਕਲਚਰ ਦੇ ਵਿੱਚ ਟੂਲਸ ਯੂਜ਼ ਹੁੰਦੇ ਨੇ ਉਹ ਦਿਖਾਏ ਹੋਏ ਨੇ ਔਰ ਪੇਪਰਾਂ ਦੇ ਵਿੱਚ ਵੀ ਤੁਸੀਂ ਸਾਰੇ ਜਿਹੜੇ ਟੂਲਸ ਹੈ ਉਹਨਾਂ ਦੇ ਨਾਮ, ਉਹਨਾਂ ਦੀ ਪਿਕਚਰ ਜ਼ਰੂਰ ਦੇਖ ਕੇ ਜਾਣਾ ਕਿਉਂਕਿ ਕੁਐਸਚਨ ਇਸ ਤਰ੍ਹਾਂ ਦਾ ਕੋਈ ਨਾ ਕੋਈ ਜ਼ਰੂਰ ਆ ਜਾਂਦਾ ਹੈ। ਸੋ ਇਹ ਕਿਹਦਾ ਟੂਲ ਹੈ? ਪਲੋ, ਸੀਡ ਡਰਿਲ, ਕਲਟੀਵੇਟਰ, ਕੰਬਾਈਨ। ਇਹ ਹੈ ਬੇਟਾ ਜੀ ਹਲ ਦਾ ਜਿਹੜਾ ਕਿ ਆਪਾਂ ਯੂਜ਼ ਕਰਦੇ ਆ ਮਿੱਟੀ ਖੋਦਣ ਲਈ, ਇਸ ਨੂੰ ਆਪਾਂ ਕੀ ਕਹਿੰਦੇ ਆ? ਪਲੋ। ਨੈਕਸਟ ਕੁਐਸਚਨ, ਸਮ undesirable plants have grown in the field near Arvinder's house. What are these plants called? ਕੁਝ undesirable plants ਜਿਹੜੇ ਰਾਜਵਿੰਦਰ ਦੇ ਘਰ ਜਿਹੜੇ ਨੇੜੇ ਖੇਤ ਸੀ ਉਹਦੇ ਵਿੱਚ ਉੱਗੇ ਉਹਨਾਂ ਪਲਾਂਟਸ ਨੂੰ ਆਪਾਂ ਕੀ ਕਹਿੰਦੇ ਆ? ਸਟਬਸ, ਵੀਡਸ, ਲੈਗੂਮਸ ਔਰ ਨਨ ਅਬਵ। ਤਾਂ ਆਪਾਂ ਹੁਣੇ ਪੜ੍ਹਿਆ ਕਿ ਅਨਵਾਂਟਿਡ ਪਲਾਂਟਸ ਨੂੰ ਆਪਾਂ ਕੀ ਕਹਿੰਦੇ ਹਾਂ? ਵੀਡਸ।
One of the agriculture experts have suggestion to the farmers of the village to grow leguminous crops in their field. ਇੱਕ ਐਗਰੀਕਲਚਰ ਐਕਸਪਰਟ ਨੇ ਪਿੰਡ ਦੇ ਫਾਰਮਰਸ ਨੂੰ ਐਡਵਾਈਸ ਕੀਤਾ ਕਿ ਉਹ ਲੈਗੂਮੀਨੀਅਸ ਕ੍ਰੌਪਸ ਲਗਾਉਣ. By doing this, there will be the replenishment of an important nutrient in the soil. ਉਹਦੇ ਨਾਲ ਇੱਕ soil ਦੇ ਵਿੱਚ nutrient ਦਾ ਜਿਹੜਾ ਕਿ ਬਹੁਤ important ਹੈ ਵਾਧਾ ਹੋਏਗਾ. Can you name this nutrient? ਕੀ ਤੁਸੀਂ ਉਸ nutrient ਦਾ ਨਾਮ ਦੱਸ ਸਕਦੇ ਹੋ? ਆਕਸੀਜਨ, ਸਲਫਰ, ਨਾਈਟ੍ਰੋਜਨ, ਫਾਸਫੋਰਸ. ਤਾਂ ਇੱਕ important nutrient ਹੈ ਲੈਗੂਮੀਨੀਅਸ ਕ੍ਰੌਪਸ ਦੇ ਨਾਲ ਹੁੰਦਾ ਹੈ, ਉਹਦਾ ਨਾਮ ਹੈ ਬੇਟਾ ਜੀ ਨਾਈਟ੍ਰੋਜਨ. Next question. Rocky's relatives lives in Rajasthan where there is very less rainfall. Which modern method of irrigation should be used by Rocky's relative? ਰੋਕੀ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਕਿੱਥੇ ਰਹਿੰਦੇ ਸੀ? ਰਾਜਸਥਾਨ ਦੇ ਵਿੱਚ, ਜਿੱਥੇ ਕਿ ਵਰਖਾ ਬਹੁਤ ਘੱਟ ਹੁੰਦੀ ਹੈ. ਤਾਂ ਕਿਹੜਾ ਮਾਡਰਨ ਮੈਥਡ ਜਿਹੜਾ ਇਰੀਗੇਸ਼ਨ ਲਈ ਯੂਜ਼ ਕਰਨਾ ਚਾਹੀਦਾ ਹੈ ਰੋਕੀ ਦੇ ਰਿਲੇਟਿਵ ਨੂੰ? ਸਪ੍ਰਿੰਕਲ ਸਿਸਟਮ, ਡ੍ਰਿਪ ਸਿਸਟਮ, ਬੋਥ, ਨਨ. ਸਪ੍ਰਿੰਕਲ ਸਿਸਟਮ ਹੁੰਦਾ ਜਿਸ ਨੂੰ ਆਪਾਂ ਬੇਟਾ ਜੀ ਫਾਊਂਟੇਨ ਜਾਂ ਫੁਹਾਰਾ ਪ੍ਰਣਾਲੀ ਵੀ ਕਹਿ ਦਿੰਦੇ ਆ. ਡ੍ਰਿਪ ਸਿਸਟਮ ਹੁੰਦਾ ਜਿਹਦੇ ਨਾਲ ਤੁਪਕਾ ਤੁਪਕਾ ਕਰਕੇ, ਜਾਂ ਜਿਹਨੂੰ ਅਸੀਂ ਤੁਪਕਾ ਪ੍ਰਣਾਲੀ ਕਹਿੰਦੇ ਆ, ਉਹ ਪਾਣੀ ਉਹਦੇ ਨਾਲ ਖੇਤਾਂ ਨੂੰ ਪਹੁੰਚਾਇਆ ਜਾਂਦਾ ਹੈ. ਤਾਂ ਇਹ ਦੋਨੋਂ ਹੀ ਜਿਹੜੇ ਮੈਥਡ ਹੈ ਯੂਜ਼ ਕਰਨੇ ਚਾਹੀਦੇ ਹਨ. Next, Mohan is spraying some chemical solution to his crop to remove unwanted plant. What is this chemical solution called? ਮੋਹਨ ਨੇ ਕੁਝ ਕੈਮੀਕਲ ਸੋਲੂਸ਼ਨ ਦੇਖਿਆ ਜਿਹੜੇ ਅਨਵਾਂਟਡ ਪਲਾਂਟਸ ਹੈ ਉਹਨਾਂ ਤੇ ਕੈਮੀਕਲ. ਇੱਕ ਤਾਂ ਅਨਵਾਂਟਡ ਪਲਾਂਟ ਨੂੰ ਬੇਟਾ ਜੀ ਆਪਾਂ ਪੁੱਟ ਦਿੰਦੇ ਹੱਥਾਂ ਦੇ ਨਾਲ ਜਾਂ ਖੁਰਪੀ ਦੇ ਨਾਲ. ਕਈ ਵਾਰ ਇੰਨੇ ਜ਼ਿਆਦਾ ਹੁੰਦੇ ਨੇ ਉਹਨਾਂ ਤੇ ਸਪਰੇਅ ਕੀਤਾ ਜਾਂਦਾ ਹੈ ਕੈਮੀਕਲਸ ਦਾ. ਤਾਂ ਉਸ ਕੈਮੀਕਲਸ ਨੂੰ ਆਪਾਂ ਕੀ ਕਹਿੰਦੇ ਹਾਂ? ਮੈਨਿਓਰ, ਵੀਡੀਸਾਈਡ, ਐਲਗੀ, ਨਨ. ਤੇ ਅਨਡਿਜ਼ਾਇਰੇਬਲ ਪਲਾਂਟਸ ਨੂੰ ਆਪਾਂ ਕੀ ਕਹਿੰਦੇ ਹਾਂ? ਵੀਡ. ਤੇ ਫਿਰ ਜਿਹੜਾ ਸੋਲੂਸ਼ਨ ਉਹਦੇ ਤੇ ਪਾਇਆਵਾਂਗੇ ਤਾਂ ਉਹਨਾਂ ਨੂੰ ਕੀ ਕਵਾਂਗੇ? ਵੀਡੀਸਾਈਡ. Next day, one day, Gurmeet saw many earthworms in his field and asked his father about this. एक दिन गुरमीत ने बहुत सारे earthworm यानी कि गंडोए देखे और उसने अपने पिताजी ਨੂੰ ਇਹਦੇ ਬਾਰੇ ਪੁੱਛਿਆ. According to Gurmeet's father, earthworms are useful for farmers. ਤਾਂ ਗੁਰਮੀਤ ਦੇ ਪਿਤਾ ਜੀ ਦੇ ਅਕੋਰਡਿੰਗ ਜਿਹੜੇ earthworm ਹੁੰਦੇ ਨੇ, ਗੰਡੋਏ ਹੁੰਦੇ ਨੇ, ਇਹ farmers ਲਈ ਬਹੁਤ helpful ਹੁੰਦੇ ਨੇ. ਕਿਉਂ ਹੁੰਦੇ ਨੇ? According to you, how these earthworms are useful for farmers? Number one, it helps in nitrogen fixation. It eat others organism. ਦੂਜੇ organism ਨੂੰ ਖਾਂਦੇ ਨੇ. Destroy weeds. ਇਹ weeds ਨੂੰ ਖਤਮ ਕਰਦੇ ਨੇ. It makes soil porous and airy. ਤਾਂ ਬੇਟਾ ਜਿਹੜੇ earthworm ਹੁੰਦੇ ਨੇ, ਗੰਡੋਏ ਹੁੰਦੇ ਨੇ, ਇਹ ਉਲਟਦੇ ਪੁਲਟਦੇ ਰਹਿੰਦੇ ਨੇ ਮਿੱਟੀ ਨੂੰ, ਜਿਹਦੇ ਨਾਲ ਮਿੱਟੀ ਜਿਹੜੀ ਹੈ ਹਵਾਦਾਰ ਬਣਦੀ ਹੈ. ਸੋ ਆਨਸਰ ਆ ਜਾਏਗਾ soil porous and airy. Next, bones of Rupinder's younger sisters are weak. ਜਿਹੜੀਆਂ ਰੁਪਿੰਦਰ ਦੀ ਛੋਟੀ ਸਿਸਟਰ ਦੀਆਂ ਜਿਹੜੀਆਂ weak bones ਸੀਗੀਆਂ ਉਹ weak ਹੋ ਗਈਆਂ. After consulting doctor, he has advised her to take fish oil. ਤਾਂ ਡਾਕਟਰ ਨੇ ਕਿਹਾ ਕਿ ਇਸ ਨੂੰ fish oil ਦਿਓ. According to doctor, there is one vitamin in fish oil which is very useful for bones. ਤਾਂ fish oil ਦੇ ਵਿੱਚ ਇੱਕ ਵਿਟਾਮਿਨ ਪ੍ਰੈਜ਼ੈਂਟ ਹੁੰਦਾ ਹੈ ਤੇ ਬੋਨਸ ਵਾਸਤੇ ਕਿਹੜਾ ਬੇਟਾ ਜੀ? ਵਿਟਾਮਿਨ ਵੈਸੇ ਫਿਸ਼ ਆਇਲ ਤੋਂ ਸਾਨੂੰ A ਔਰ D ਦੋਨੋਂ ਮਿਲਦੇ ਨੇ, ਲੇਕਿਨ ਬੋਨਸ ਵਾਸਤੇ ਜਿਹੜਾ ਹੈ ਵਿਟਾਮਿਨ D ਆ ਜਾਏਗਾ ਇੱਥੇ ਆਨਸਰ. ਨੈਕਸਟ, ਬਿਫੋਰ ਸੋਇੰਗ ਦਾ ਸੀਡ, ਬੀਜ ਬੀਜਣ ਤੋਂ ਪਹਿਲਾਂ ਮਨੀਸ਼ ਅੰਕਲਸ ਲੈਵਲਿੰਗ ਦਾ ਸੋਇਲ. ਤਾਂ ਮਨੀਸ਼ ਦੇ ਅੰਕਲ ਕੀ ਕਰਦੇ ਸੀ? ਮਿੱਟੀ ਨੂੰ ਲੈਵਲ ਕਰ ਰਹੇ ਸੀ. He is using special tool for this process. ਤਾਂ ਉਹਨਾਂ ਨੇ ਇੱਕ ਸਪੈਸ਼ਲ ਟੂਲ ਇਹਦੇ ਵਾਸਤੇ ਯੂਜ਼ ਕੀਤਾ. ਤਾਂ which is this tool called? ਤਾਂ ਉਸ ਟੂਲ ਨੂੰ ਆਪਾਂ ਕੀ ਕਹਿੰਦੇ ਆ? ਪਲੋ ਹੋਲ ਲੈਵਲਰ ਕਲਟੀਵੇਟਰ. ਜਦੋਂ ਮਿੱਟੀ ਨੂੰ ਬੇਟਾ ਲੈਵਲ ਕਰਨਾ ਹੁੰਦਾ ਹੈ, ਪਲੇਨ ਕਰਨਾ ਹੁੰਦਾ ਹੈ, ਇੱਕੋ ਤਰ੍ਹਾਂ ਦਾ ਬਣਾਉਣਾ ਹੁੰਦਾ ਹੈ, ਜਾਂ ਜਿਹਨੂੰ ਆਪਾਂ ਲੈਵਲ ਕਹਿੰਦੇ ਆ, ਤਾਂ ਉਹਦੀ ਮੈਥਡ ਦੇ ਨਾਲ, ਲੈਵਲਰ ਦੀ ਹੈਲਪ ਦੇ ਨਾਲ ਅਸੀਂ ਕਰ ਸਕਦੇ ਹਾਂ. Naresh mother collect animal waste from open place. According to her, this waste is decomposed by microorganism and it is converted into useful organic matter or called
ਨਰੇਸ਼ ਦੀ ਮਦਰ ਨੇ ਜਿਹੜੇ ਐਨੀਮਲ ਵੇਸਟ ਹੈ, ਗੋਹਾ ਵਗੈਰਾ ਹੈ ਜਿਹੜਾ ਜਾਨਵਰਾਂ ਦਾ, ਇਕੱਠਾ ਕਰਨਾ ਸ਼ੁਰੂ ਕੀਤਾ ਔਰ ਉਹਨਾਂ ਦੇ ਅਕੋਰਡਿੰਗ ਜਿਹੜੀ ਇਹ ਵੇਸਟ ਹੈ ਇਹ ਮਾਈਕਰੋ ਆਰਗੇਨਿਜ਼ਮ ਨਾਲ ਡਿਕੰਪੋਜ਼ ਹੋ ਕੇ ਇੱਕ ਬਹੁਤ ਯੂਜ਼ਫੁਲ ਆਰਗੈਨਿਕ ਮੈਟਰ ਚ ਕਨਵਰਟ ਹੋ ਜਾਂਦੀ ਹੈ। ਅਸੀਂ ਉਸਨੂੰ ਕੀ ਕਹਿੰਦੇ ਹਾਂ? ਮੈਨਿਓਰ, ਕੈਮੀਕਲ ਫਰਟੀਲਾਈਜ਼ਰ, ਵਰਮੀ ਕੰਪੋਸਟ, ਨਨ ਆਫ ਦੀ। ਮੈਨਿਓਰ ਨੂੰ ਬੇਟਾ ਜੀ ਕਹਿੰਦੇ ਆ ਖਾਦ, ਕੈਮੀਕਲ ਫਰਟੀਲਾਈਜ਼ਰ ਹੁੰਦੇ ਜਿਹੜੇ ਕੈਮੀਕਲਸ ਤੋਂ ਬਣਦੇ ਨੇ, ਮਤਲਬ ਫੈਕਟਰੀਆਂ 'ਚ ਬਣਦੇ ਹਨ। ਵਰਮੀ ਕੰਪੋਸਟ ਇਹ ਬੇਟਾ ਜੀ ਗੰਡੋਇਆ ਤੋਂ ਬਣਦੀ ਹੈ, ਤਾਂ ਇਹਦੇ ਵਿੱਚ ਕੀ ਆ ਜਾਏਗਾ? ਮੈਨਿਓਰ ਦੇ ਵਿੱਚ ਕਨਵਰਟ ਹੋ ਜਾਏਗੀ। ਸੋ ਇਹ ਸੀ ਸਾਡਾ ਲੈਸਨ ਨੰਬਰ 1 ਦੇ। ਨੈਕਸਟ ਆਪਾਂ ਹੁਣ ਪੜਾਂਗੇ ਲੈਸਨ ਨੰਬਰ 2। ਹਾਂਜੀ ਸਟੂਡੈਂਟ, ਸਾਡੇ ਚੈਪਟਰ ਦਾ ਨਾਮ ਹੈ ਮਾਈਕਰੋ ਆਰਗੇਨਿਜ਼ਮ ਫਰੈਂਡ ਔਰ ਫੋ। ਮਾਈਕਰੋ ਆਰਗੇਨਿਜ਼ਮ ਮਤਲਬ ਸੂਖਮ ਜੀਵ, ਦੁਸ਼ਮਣ ਵੀ ਨੇ ਤੇ ਫਰੈਂਡ ਵੀ ਨੇ। Ram ate chaat from vendor on the way back to home from the school। ਰਾਮ ਨੇ ਰਸਤੇ ਵਿੱਚ ਸਕੂਲ ਤੋਂ ਆਉਂਦਿਆਂ ਹੋਇਆ ਕਿ ਖਾਲੀ ਚਾਟ ਸਭ ਨੂੰ ਵਧੀਆ ਲੱਗਦੀ ਹੈ। His stomach started aching and he fell sick। ਤੇ ਉਹਦਾ ਪੇਟ ਖਰਾਬ ਹੋ ਗਿਆ, ਦਰਦ ਹੋਣ ਲੱਗ ਪਿਆ ਤੇ ਬਿਮਾਰ ਹੋ ਗਿਆ। What would be the reason? Food poisoning, sweetness of food, saltness of food, none above। ਤਾਂ ਬੇਟਾ ਜੀ ਜਿਹੜੇ ਬਾਹਰ ਲੱਗੀਆਂ ਹੁੰਦੀਆਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ, ਉੱਥੇ ਬਾਹਰ ਮੱਖੀਆਂ ਵਗੈਰਾ ਵੀ ਪੈਂਦੀਆਂ ਨੇ, ਮਿੱਟੀ ਵੀ ਉੱਡ ਕੇ ਪੈਂਦੀ ਹੈ, ਸੋ ਉਸਨੂੰ ਖਾਣ ਨਾਲ ਕੀ ਹੋ ਜਾਂਦੀ ਹੈ? ਫੂਡ ਪੋਇਜ਼ਨਿੰਗ। ਰਾਣੀ ਲਵਸ ਟੂ ਈਟ ਮਸ਼ਰੂਮ। ਰਾਣੀ ਨੂੰ ਮਸ਼ਰੂਮ ਖਾਣਾ ਬਹੁਤ ਅੱਛਾ ਲੱਗਦਾ ਹੈ। ਮਸ਼ਰੂਮ ਬਿਲੋਂਗਸ ਟੂ ਦ ਗਰੁੱਪ ਆਫ ਵਿਚ ਮਾਈਕਰੋ ਆਰਗੇਨਿਜ਼ਮ? ਬੈਕਟੀਰੀਆ, ਪ੍ਰੋਟੋਜ਼ੋਆ, ਫੰਗੀ ਜਾਂ ਫੰਜਾਈ, ਐਲਗੀ। ਸੋ ਜਿਹੜੀ ਮਸ਼ਰੂਮ ਹੈ ਤੁਸੀਂ ਵਾਈਟ ਖਾਂਦੇ ਹੋ, ਇਹ ਫੰਜਾਈ ਹੈ। Next, on uprooting a leguminous plant or soybean plant from the field। leguminous plant ਜਾਂ soybean plant ਪੁੱਟਣ ਤੇ ਤੁਸੀਂ ਦੇਖੋਗੇ ਕਿ ਉਹਨਾਂ ਦੀਆਂ ਜਿਹੜੇ ਰਾਊਂਡ ਨਡਿਊਲ ਸਟਰਕਚਰ ਹੁੰਦੇ ਨੇ ਥੱਲੇ। what is the function of bacteria found in the nodules? ਮਤਲਬ ਜਦੋਂ ਅਸੀਂ ਉਹਦੀਆਂ ਜੜ੍ਹਾਂ ਦੀਆਂ ਪੁੱਟਦੇ ਆ ਨਾ, ਉੱਥੇ ਛੋਟੇ ਛੋਟੇ ਗੋਲ ਗੋਲ ਜਿਹੇ ਬਣੇ ਹੁੰਦੇ ਨੇ, ਤਾਂ ਉਹਨਾਂ ਦਾ ਕੰਮ ਕੀ ਹੁੰਦਾ ਹੈ? ਫਿਕਸਿੰਗ ਆਫ ਆਕਸੀਜਨ, ਫਿਕਸਿੰਗ ਆਫ ਹਾਈਡਰੋਜਨ, ਫਿਕਸਿੰਗ ਆਫ ਨਾਈਟ੍ਰੋਜਨ। ਤਾਂ ਬੇਟਾ ਉਹਨਾਂ ਦਾ ਕੰਮ ਹੁੰਦਾ ਹੈ ਨਾਈਟ੍ਰੋਜਨ ਨੂੰ ਫਿਕਸ ਕਰਨ ਦਾ। You were vaccinated in the childhood to prevent you from the various disease। What does our body produce in response to these vaccine? ਤੁਹਾਨੂੰ ਬਚਪਨ ਦੇ ਵਿੱਚ ਹੀ ਕੁਝ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਜਾਂ ਇੰਜੈਕਸ਼ਨ ਲਗਾਇਆ ਜਾਂਦਾ ਜਿਹਨੂੰ ਆਪਾਂ ਬੋਲਦੇ ਹਾਂ, ਤਾਂ ਉਹ ਕੀ ਕਰਦੀਆਂ ਨੇ ਸਾਡੇ ਸਰੀਰ ਦੇ ਵਿੱਚ? ਐਂਟੀਬਾਡੀਜ਼, ਐਂਟੀਡੋਟ, ਐਂਟੀਗਲੇਅਰ, ਨਨ ਆਫ ਥੀਸ। ਤਾਂ ਉਹ ਸਾਡੇ ਅੰਦਰ ਕੀ ਬਣਾ ਦਿੰਦੀਆਂ ਨੇ? ਐਂਟੀਬਾਡੀਜ਼, ਤਾਂ ਕਿ ਉਹ ਸਾਨੂੰ ਅਗਰ ਬਿਮਾਰੀ ਹੋ ਜਾਏ ਤਾਂ ਉਹਦਾ ਟਾਕਰਾ ਕਰ ਸਕੇ, ਲੜ ਸਕੇ। ਸੁਮਨ is surprised that the packed milk does not get sour। why? ਸੁਮਨ ਹੈਰਾਨ ਸੀ ਕਿ ਜਿਹੜਾ ਪੈਕਡ ਮਿਲਕ ਹੁੰਦਾ ਹੈ ਉਹ ਖੱਟਾ ਨਹੀਂ ਹੁੰਦਾ, ਕਿਉਂ? ਪੈਕਚੁਰਾਈਜੇਸ਼ਨ, ਪੈਪਟੇਟਾਈਜੇਸ਼ਨ, ਪੈਸਪੀਰੇਸ਼ਨ, ਪੈਸਟਰਾਈਜੇਸ਼ਨ। ਤਾਂ ਬੇਟਾ ਜੀ ਜਿਹੜਾ ਪੈਕਟ ਦੇ ਵਿੱਚ ਦੁੱਧ ਮਿਲਦਾ ਹੈ ਉਹਨੂੰ ਪੈਸਚਰਾਈਜ਼ ਕਰਕੇ ਬਣਾਇਆ ਜਾਂਦਾ ਹੈ, ਯਾਨੀ ਕਿ ਉਹਨੂੰ ਪਹਿਲੇ ਬਹੁਤ ਬੋਇਲਡ ਗਰਮ ਕੀਤਾ ਜਾਂਦਾ ਹੈ, ਫਿਰ ਇੱਕਦਮ ਉਹਨੂੰ ਠੰਡਾ ਕੀਤਾ ਜਾਂਦਾ ਹੈ, ਜਿਸ ਕਰਕੇ ਉਹ ਖਰਾਬ ਨਹੀਂ ਹੁੰਦਾ। ਇਸਨੂੰ ਆਪਾਂ ਪੈਸਚਰਾਈਜੇਸ਼ਨ ਕਹਿੰਦੇ ਹਾਂ। Antibiotics are not useful in common cold or flu because these diseases are caused by। ਅਗਰ ਸਾਨੂੰ ਖੰਘ, ਜ਼ੁਕਾਮ ਜਾਂ ਹੋਇਆ ਹੈ, ਕੋਈ ਫਲੂ ਹੋਇਆ ਹੈ, ਤਾਂ ਉਹਦੇ ਵਿੱਚ ਸਾਨੂੰ ਐਂਟੀਬਾਇਓਟਿਕਸ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਕਿਹਦੇ ਨਾਲ ਹੁੰਦੀਆਂ ਨੇ? ਵਾਇਰਸ ਨਾਲ। The process of conversion of sugar into alcohol is called। ਜਿਹੜਾ ਸ਼ੂਗਰ ਨੂੰ ਅਲਕੋਹਲ ਦੇ ਵਿੱਚ ਬਦਲਣ ਨੂੰ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ? ਫਰਮੈਂਟੇਸ਼ਨ, ਪੈਸਚਰਾਈਜੇਸ਼ਨ, ਇਵੈਪੋਰੇਸ਼ਨ, ਨਨ ਆਫ ਥੀਸ। ਤਾਂ ਅਸੀਂ ਉਸਨੂੰ ਕੀ ਕਹਿੰਦੇ ਆ? ਫਰਮੈਂਟੇਸ਼ਨ। Mamta is surprised to see her grandma adding oil to the pickle। ਮਮਤਾ ਨੇ ਦੇਖਿਆ ਕਿ ਉਹਦੇ ਦਾਦੀ ਮੰਮਾ ਪਿਕਲ ਦੇ ਵਿੱਚ ਯਾਨੀ ਕਿ ਅਚਾਰ ਦੇ ਵਿੱਚ ਆਇਲ ਪਾਉਂਦੇ ਨੇ। Why is it done? ਇਹ ਕੁਐਸਚਨ ਅੱਗੇ ਵੀ ਤੁਹਾਨੂੰ ਪੇਪਰ ਦੇ ਵਿੱਚ ਆਇਆ ਹੈ, ਅਗਰ ਤੁਹਾਨੂੰ ਯਾਦ ਹੋਏ ਤਾਂ। ਕਾਹਦੇ ਲਈ ਪਾਉਂਦੇ ਨੇ? ਟੂ ਕਿਲ ਦਾ ਮਾਈਕਰੋ ਆਰਗੇਨਿਜ਼ਮ ਮਰ ਜਾਣ, ਟੂ ਇਨਕਰੀਜ਼ ਮਾਈਕਰੋ ਆਰਗੇਨਿਜ਼ਮ ਦੇ ਵਿੱਚ ਵਾਧਾ ਹੋ ਜਾਏ, to stop the development of microorganism or to make the pickle more tasty।
ਤਾਂ ਇਹਦੇ ਨਾਲ ਆਪਾਂ ਕੀ ਕਰਦੇ ਆ, ਮਾਈਕਰੋ ਆਰਗੇਨਿਜ਼ਮ ਨੂੰ ਉਹਦੀ ਡਿਵੈਲਪਮੈਂਟ ਨੂੰ ਰੋਕਣ ਵਾਸਤੇ ਆਪਾਂ ਕੀ ਪਾਉਂਦੇ ਹਾਂ, ਆਇਲ। Deepak saw that when her mother added some curd to lukewarm milk, then milk get converted into the curd next day. Why does this happen? ਤੁਸੀਂ ਵੀ ਦੇਖਿਆ ਹੋਏਗਾ ਬੇਟਾ ਜੀ ਆਪਣੇ ਮੰਮਾ ਨੂੰ ਕੀ ਕਰਦੇ ਨੇ, ਦਹੀਂ ਜਦੋਂ ਜਮਾਣਾ ਹੁੰਦਾ ਹੈ ਤਾਂ ਪਹਿਲੇ ਦੁੱਧ ਨੂੰ ਕੀ ਕਰਦੇ ਨੇ, ਥੋੜਾ ਜਿਹਾ ਗਰਮ ਕਰਦੇ ਨੇ, ਫਿਰ ਉਹਦੇ ਵਿੱਚ ਥੋੜਾ ਜਿਹਾ ਦਹੀਂ ਪਾ ਦਿੰਦੇ ਨੇ ਤੇ ਨੈਕਸਟ ਡੇ ਜਿਹੜਾ ਹੈ ਦਹੀਂ ਬਣ ਜਾਂਦਾ ਹੈ। ਕਿਉਂ ਹੁੰਦਾ ਹੈ? ਦਹੀਂ ਵਿੱਚ ਕੀ ਕਿਹੜੇ ਹੁੰਦੇ ਨੇ ਪ੍ਰੈਜ਼ੈਂਟ, ਲੈਕਟੋਬੈਸਿਲਸ। ਤਾਂ ਉਹ ਅਸੀਂ ਥੋੜਾ ਜਿਹਾ ਜਦੋਂ ਪਾਉਂਦੇ ਆ ਉਹਦੇ ਨਾਲ ਕੀ ਹੁੰਦਾ ਹੈ, ਲੈਕਟੋਬੈਸਿਲਸ ਜਿਹੜੇ ਨੇ ਦੁੱਧ ਦੇ ਵਿੱਚ ਵੀ ਵਧਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹਦੇ ਨਾਲ ਥੋੜੇ ਦਹੀਂ ਤੋਂ, ਜਿੰਨਾ ਦੁੱਧ ਵਿੱਚ ਆਪਾਂ ਥੋੜਾ ਜਿਹਾ ਦਹੀਂ ਪਾਇਆ ਸੀ ਉਹ ਵੀ ਲੈਕਟੋਬੈਸਿਲਸ ਕਨਵਰਟ ਹੋ ਜਾਂਦੇ ਨੇ ਤਾਂ ਕੀ ਬਣ ਜਾਂਦਾ ਹੈ ਸਾਡਾ ਦਹੀਂ। ਸੋ ਡਿਊ ਟੂ ਇਨਕਰੀਜ਼ ਆਫ ਲੈਕਟੋਬੈਸਿਲਸ ਜਾਂ ਲੈਕਟੋਬੈਕਲਾਈ। ਇਹ ਵੀ ਬੇਟਾ ਇੱਕ ਕੁਐਸਚਨ ਆਇਆ ਸੀ ਤੁਹਾਨੂੰ ਯਾਦ ਹੋਏ ਤਾਂ। ਮੀਰਾ ਡਿਗਸ ਟੂ ਪਿਟਸ A and B, ਪੀਟੇ ਯਾਨੀ ਕਿ ਉਹਨੇ ਦੋ ਟੋਏ ਪੁੱਟੇ A ਤੇ B। ਪੀਟੇ ਪਹਿਲੇ ਟੋਏ ਦੇ ਵਿੱਚ ਉਹਨੇ ਕੀ ਕੀਤਾ, ਇੱਕ ਪੋਲੀਥੀਨ ਬੈਗ ਦੇ ਵਿੱਚ ਜਿੰਨੀ ਵੇਸਟ ਸੀਗੀ ਨਾ ਪਲਾਂਟਸ ਦੀ, ਯਾਨੀ ਕਿ ਪਲਾਂਟ ਦੀ ਵੇਸਟ ਨੂੰ ਪੋਲੀਥੀਨ ਬੈਗ 'ਚ ਪਾ ਕੇ ਰੱਖ ਦਿੱਤਾ। ਪਿਟ B ਯਾਨੀ ਕਿ ਉਹਨੇ ਪਲਾਂਟ ਵੇਸਟ ਨੂੰ ਉਸ ਤਰ੍ਹਾਂ ਹੀ ਸੁੱਟ ਦਿੱਤਾ। ਫਿਰ ਦੋਨੋਂ ਜਿਹੜੇ ਪਿਟ ਸੀਗੇ ਉਹਨੇ ਕਵਰ ਕਰਤੇ ਕਿਹਦੇ ਨਾਲ, ਸੋਇਲ ਦੇ ਨਾਲ। ਬਟ ਸ਼ੀ ਅਬਜ਼ਰਵ ਆਫਟਰ 3 to 4 ਵੀਕ, ਤਾਂ ਉਹਨੇ 3 ਤੋਂ 4 ਹਫ਼ਤਿਆਂ ਬਾਅਦ ਕੀ ਦੇਖਿਆ, ਉਹਨੇ ਦੇਖਿਆ ਮਟੀਰੀਅਲ ਆਫ A decompose faster than B, material of B decomposes faster than A. Decomposition is equal in both cases and does not occur in any case. So ਜਿਹੜਾ ਮਟੀਰੀਅਲ B ਜਿਹੜਾ ਸੀਗਾ B ਦੇ ਵਿੱਚ ਜਿਹੜਾ ਆਪਾਂ ਪੇੜ ਸੁੱਟੇ ਸੀਗੇ ਪਲਾਂਟ, ਉਹ ਜ਼ਿਆਦਾ ਪਹਿਲਾਂ ਕੰਪੋਜ਼ ਹੋ ਗਏ ਦੈਨ A ਨਾਲੋਂ। In 1929, a scientist observed a small green colored algae on his culture pit. 1929 ਦੇ ਵਿੱਚ ਇੱਕ ਸਾਇੰਟਿਸਟ ਨੇ ਦੇਖਿਆ ਕਿ ਹਰੇ ਰੰਗ ਦੀ ਜਿਹੜੀ ਐਲਗੀ ਹੈ ਉਹਦੀ ਪਲੇਟ ਦੇ ਵਿੱਚ ਲੱਗ ਗਈ ਹੈ ਔਰ the algae was hindering the growth of microorganism. Who was this scientist? ਤਾਂ ਉਸ ਸਾਇੰਟਿਸਟ ਦਾ ਕੀ ਨਾਮ ਸੀ, ਉਸ ਸਾਇੰਟਿਸਟ ਦਾ ਨਾਮ ਸੀ ਬੇਟਾ ਜੀ ਅਲੈਗਜ਼ੈਂਡਰ ਫਲੈਮਿੰਗ। ਹਿੰਡਰਿੰਗ ਦੀ ਗਰੋਥ ਆਫ ਮਾਈਕਰੋ ਆਰਗੇਨਿਜ਼ਮ ਮਤਲਬ ਕਿ ਜਿਹੜੇ ਉਹਦੇ ਵਿੱਚ ਬੈਕਟੀਰੀਆ ਸੀਗੇ ਉਹਨੇ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ। ਠੀਕ ਹੈ, ਐਸੇ ਤੋਂ ਹੀ ਆਪਣੀ ਜਿਹੜੀ ਪੈਨਸਿਲਿਨ ਸੀਗੀ ਉਹ ਪ੍ਰਿਪੇਅਰ ਹੋਈ ਸੀਗੀ। ਤਾਂ ਉਹ ਸਾਇੰਟਿਸਟ ਦਾ ਨਾਮ ਸੀ ਬੇਟਾ ਜੀ ਅਲੈਗਜ਼ੈਂਡਰ ਫਲੈਮਿੰਗ। ਨੈਕਸਟ ਤੁਸੀਂ ਦੇਖ ਰਹੇ ਹੋ ਕਿ ਰਿਫਾਈਨਡ ਵੀਟ ਫਲੋਰ ਡੋ ਵਿਦ ਯੀਸਟ ਪਾਊਡਰ। ਅਸੀਂ ਆਟੇ ਦੇ ਵਿੱਚ ਕੀ ਪਾਤਾ, ਯੀਸਟ ਪਾਊਡਰ ਪਾਤਾ ਤੇ ਜਦੋਂ ਅਸੀਂ ਆਟਾ ਗੁੰਨਿਆ ਤੇ ਇਹ ਥੋੜੀ ਦੇਰ ਬਾਅਦ ਨੂੰ ਫੁੱਲ ਕੇ ਉੱਪਰ ਆ ਗਿਆ। ਜਦੋਂ ਭਟੂਰੇ ਜਾਂ ਇਹੋ ਜਿਹੀ ਤੁਸੀਂ ਚੀਜ਼ ਖਾਂਦੇ ਹੋ ਜਾਂ ਬੇਕਰੀ ਦੀ ਆਈਟਮ ਹੈ ਉਹਨਾਂ ਵਿੱਚ ਬੇਟਾ ਕੀ ਪਾਇਆ ਜਾਂਦਾ, ਯੀਸਟ ਪਾਊਡਰ ਪਾਇਆ ਜਾਂਦਾ ਹੈ ਔਰ ਉਹਨੂੰ ਥੋੜੀ ਦੇਰ ਨੂੰ ਪਿਆ ਰਹਿਣ ਦਿੰਦੇ ਨੇ ਤੇ ਉਹ ਜਿਹੜਾ ਆਟਾ ਹੈ ਉਹ ਫੁੱਲ ਕੇ ਜ਼ਿਆਦਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਕਿਹੜੀ ਗੈਸ ਪੈਦਾ ਹੋ ਜਾਂਦੀ ਹੈ, ਕਾਰਬਨ ਡਾਈਆਕਸਾਈਡ। There is a mixture of hot water, sugar and yeast in flask A, ਯਾਨੀ ਕਿ ਇਹਦੇ ਵਿੱਚ ਇਹ ਜਿਹੜੀ ਫਲਾਸਕ ਹੈ ਇਹਦੇ ਵਿੱਚ ਕੀ ਪਾਇਆ ਹੋਇਆ ਹੈ, ਸ਼ੂਗਰ ਪਾਈ ਹੋਈ ਹੈ ਔਰ ਯੀਸਟ ਪਾਈ ਹੋਈ ਹੈ ਔਰ ਦੂਜੇ ਦੇ ਵਿੱਚ B ਟਿਊਬ ਦੇ ਵਿੱਚ ਲਾਈਮ ਵਾਟਰ ਪਾਇਆ ਹੋਇਆ। ਤਾਂ what will be the color of the solution when the gas formed in the flask A is passed through the test tube B? ਤਾਂ ਇਹ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਜਦੋਂ ਹੁਣੇ ਅਸੀਂ ਉੱਪਰ ਪੜਿਆ ਕਿ ਯੀਸਟ ਪਾਈ ਹੈ ਤੇ ਸ਼ੂਗਰ ਪਾਈ ਹੈ, ਜਦੋਂ ਇਹ ਮਿਲਦੇ ਨੇ ਤਾਂ ਕੀ ਪੈਦਾ ਹੋ ਜਾਂਦਾ ਹੈ, ਕਿਹੜੀ ਗੈਸ, ਕਾਰਬਨ ਡਾਈਆਕਸਾਈਡ ਗੈਸ। ਜਦੋਂ ਇਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਪਾਸ ਹੋਏਗੀ ਤਾਂ ਇਹਦੇ ਵਿੱਚ ਕੀ ਕਿਹਾ ਪਿਆ, ਲਾਈਮ ਵਾਟਰ। ਤੇ ਕਾਰਬਨ ਡਾਈਆਕਸਾਈਡ ਲਾਈਮ ਵਾਟਰ ਨੂੰ ਕੀ ਕਰ ਦਿੰਦੀ ਹੈ, ਮਿਲਕੀ ਕਰ ਦਿੰਦੀ ਹੈ। ਸੋ ਇੱਥੇ ਆਂਸਰ ਕੀ ਆ ਜਾਏਗਾ, ਇਟ ਵਿਲ ਟਰਨ ਮਿਲਕੀ। ਹਾਂਜੀ ਬੇਟਾ ਤੁਹਾਡਾ ਹੁਣ ਥਰਡ ਲੈਸਨ ਤੇ ਇਹਦੇ ਵਿੱਚੋਂ ਨਿਕਲ ਗਿਆ, ਰਿਡਿਊਸ ਹੋ ਗਿਆ ਸਿਲੇਬਸ ਚੋਂ। ਹੁਣ ਆਪਾਂ ਫੋਰਥ ਚੈਪਟਰ ਵੱਲ ਚੱਲਦੇ ਹਾਂ। ਨਾਮ ਹੈ ਮਟੀਰੀਅਲ, ਮੈਟਲਸ ਐਂਡ ਨॉन ਮੈਟਲਸ, ਧਾਤਾਂ ਅਤੇ ਅਧਾਤਾਂ। ਫਰਸਟ ਕੁਐਸਚਨ ਬਖਸ਼ੀਸ਼, ਅਬਜ਼ਰਵ that blacksmith is beating iron nail with hammer। ਬਖਸ਼ੀਸ਼ ਨੇ ਦੇਖਿਆ ਕਿ ਜਿਹੜਾ
ਬਲੈਕ ਸਮਿਥ ਹੈ ਉਹ ਕੀ ਕਰ ਰਿਹਾ ਹੈ, ਲੋਹਾਰ ਕੀ ਕਰ ਰਿਹਾ ਹੈ, ਉਹ ਹੈਮਰ ਦੇ ਨਾਲ ਆਇਰਨ ਨੇਲ ਨੂੰ ਕੁੱਟ ਰਿਹਾ ਹੈ, ਯਾਨੀ ਕਿ ਮਾਰ ਰਿਹਾ ਉਹਦੇ ਤੇ। ਔਰ ਜਿਹੜਾ ਆਇਰਨ ਹੈ ਯਾਨੀ ਕਿ ਲੋਹਾ ਹੈ ਉਹ ਕਿਹਦੇ ਵਿੱਚ ਕਨਵਰਟ ਹੋ ਗਿਆ, ਸ਼ੀਟ ਦੇ ਵਿੱਚ। ਔਰ ਵਾਟ ਇਜ਼ ਦਿਸ ਪ੍ਰੋਪਰਟੀ ਆਫ ਮੈਟਲ ਨੋਨ ਐਜ਼, ਆਪਾਂ ਲੈਸਨ ਦੇ ਵਿੱਚ ਪੜ੍ਹ ਕੇ ਆਏ ਆ ਕਿ ਮੈਟਲਸ ਹੈਵ ਡਕਟਿਲਿਟੀ, ਮੈਲਾਬਿਲਿਟੀ, ਲਸਟਰ, ਸੋਨੋਰਿਸ, ਯਾਨੀ ਕਿ ਆਵਾਜ਼ ਪੈਦਾ ਕਰਦੀਆਂ ਨੇ, ਸ਼ੀਟਾਂ ਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ, ਤਾਰਾਂ ਬਣਾਈਆਂ ਜਾ ਸਕਦੀਆਂ ਨੇ ਤੇ ਚਮਕਦਾਰ ਹੋ ਜਾਂਦੀਆਂ ਨੇ। ਜਦੋਂ ਸ਼ੀਟਸ ਦੇ ਵਿੱਚ ਕਨਵਰਟ ਹੁੰਦੀਆਂ ਨੇ ਬੇਟਾ ਉਹਨੂੰ ਆਪਾਂ ਕਹਿੰਦੇ ਆ ਮੈਲਾਬਿਲਿਟੀ। Due to broken handle of the vessel, Nisha's mother is holding it with a piece of cloth because cloth is dash conductor of heat। अगर ਵੈਸਲ ਦਾ ਯਾਨੀ ਕਿ ਕੋਈ ਪਤੀਲੇ ਦਾ ਹੈਂਡਲ ਟੁੱਟ ਗਿਆ ਤਾਂ ਉਹਦੀ ਮਦਰ ਨੇ ਕਿਹਦੇ ਨਾਲ ਪਕੜ ਲਿਆ, ਕੱਪੜੇ ਦੇ ਨਾਲ। ਤੁਸੀਂ ਘਰ ਦੇ ਵਿੱਚ ਵੀ ਕਦੀ ਪਤੀਲੇ ਨੂੰ ਪਕੜਦੇ ਹੋ ਤਾਂ ਉੱਥੇ ਤੁਸੀਂ ਕੋਈ ਨਾ ਕੋਈ ਨੈਪਕਿਨ ਰੱਖਿਆ ਹੁੰਦਾ ਹੈ ਯਾਨੀ ਕੱਪੜੇ ਦਾ। ਕਿਉਂ? ਕਿਉਂਕਿ ਉਹ ਕੀ ਹੁੰਦਾ ਹੈ, ਬੈਡ ਕੰਡਕਟਰ ਆਫ ਹੀਟ। Bell of temple is made up of a metal instead of wood। ਜਿਹੜੀ ਟੈਂਪਲ ਦੀ ਤੁਸੀਂ ਘੰਟੀ ਦੇਖਦੇ ਹੋ ਜਦੋਂ ਜਾ ਕੇ ਵਜਾਉਂਦੇ ਹੋ ਤਾਂ ਉਹ ਕਿਹਦੀ ਬਣੀ ਹੁੰਦੀ ਹੈ, ਮੈਟਲ ਦੀ। ਕਿਉਂ ਮੈਟਲ ਦੀ ਬਣੀ ਹੁੰਦੀ ਹੈ? ਕਿਉਂਕਿ ਮੈਟਲ ਕੀ ਕਰਦੀਆਂ ਨੇ, ਮਿਊਜ਼ੀਕਲ ਸਾਊਂਡ ਪ੍ਰੋਡਿਊਸ ਕਰਦੀਆਂ ਨੇ। ਇਸ ਕਰਕੇ ਉਹ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, that is why they are called sonars। ਕਿਉਂਕਿ ਉਹ ਕੀ ਕਰਦੀਆਂ ਨੇ, ਆਵਾਜ਼ ਪੈਦਾ ਕਰਦੀਆਂ ਨੇ। ਅਗਰ ਅਸੀਂ ਉਹਦੀ ਥਾਂ ਤੇ ਵੁੱਡ ਦੀ ਲਗਾ ਦੇਵਾਂਗੇ ਤਾਂ ਉਹ ਜਿਹੜੀ ਆਵਾਜ਼ ਹੈ ਪੈਦਾ ਨਹੀਂ ਕਰੇਗੀ। There is a metal filled in thermometer which is liquid at room temperature। ਅਸੀਂ ਪੜ੍ਹ ਕੇ ਆਏ ਆ ਇੱਕ ਮੈਟਲ ਹੈ ਜਿਹੜੀ ਲਿਕੁਇਡ ਰੂਪ ਦੇ ਵਿੱਚ ਹੁੰਦੀ ਹੈ ਜਿਸਨੂੰ ਆਪਾਂ ਕੀ ਕਹਿੰਦੇ ਆ, ਥਰਮੋਮੀਟਰ। ਤੇ ਉਹਨੂੰ ਆਪਾਂ ਕਿਹਦੇ ਵਿੱਚ ਯੂਜ਼ ਕਰਦੇ ਆ, ਥਰਮਾਮੀਟਰ ਦੇ ਵਿੱਚ। ਸੋ ਕਿਹੜੀ ਮੈਟਲ ਹੈ, ਇੱਥੇ ਆਂਸਰ ਤੁਹਾਨੂੰ ਪਤਾ ਚੱਲ ਗਿਆ ਹੋਏਗਾ, ਮਰਕਰੀ। ਅਮਨ ਹੈਜ਼ ਰੀਡ that metals are very hard। ਅਮਨ ਨੇ ਪੜ੍ਹਿਆ ਕਿ ਜਿਹੜੀਆਂ ਮੈਟਲਸ ਨੇ ਬਹੁਤ ਸਖਤ ਨੇ, ਬਟ ਟੀਚਰ ਨੇ ਕਿ ਨਾਈਫ ਦੇ ਨਾਲ ਮੈਟਲ ਕੱਟ ਦਿੱਤੀ ਤਾਂ ਉਸ ਮੈਟਲ ਦਾ ਨਾਮ ਕੀ ਹੈ, ਉਸ ਮੈਟਲ ਦਾ ਨਾਮ ਹੈ ਪੋਟਾਸ਼ੀਅਮ। ਕਿਉਂਕਿ ਕੋਪਰ, ਐਲੂਮੀਨੀਅਮ ਔਰ ਆਇਰਨ ਜਿਹੜੀਆਂ ਨੇ ਹਾਰਡ ਮੈਟਲਸ ਨੇ, ਇਹ ਕੱਟ ਨਹੀਂ ਹੁੰਦੀਆਂ। Rupinder has bought copper statue from the fair, but she was surprised to see that the light green colored layer got deposited on the statue after some period। This layer of which compound? ਰੁਪਿੰਦਰ ਨੇ ਇੱਕ ਕਾਪਰ ਦਾ ਯਾਨੀ ਕਿ ਕਾਪਰ ਦੀ ਮੂਰਤੀ ਲੈ ਕੇ ਆਇਆ ਤਾਂ ਉਸਨੇ ਦੇਖਿਆ ਕਿ ਥੋੜੇ ਦਿਨਾਂ ਬਾਅਦ ਉਹਦੇ ਤੇ ਹਰੇ ਹਰੇ ਰੰਗ ਦੀ ਲੇਅਰ ਜਮਾ ਹੋ ਗਈ ਸੀ। ਤਾਂ ਉਹ ਲੇਅਰ ਕਾਹਦੀ ਹੁੰਦੀ ਹੈ? ਤੁਸੀਂ ਘਰ 'ਚ ਵੀ ਦੇਖਿਆ ਹੋਏਗਾ ਕਿ ਜਿਹੜੇ ਕਾਪਰ ਦੇ ਜਿਹੜੇ ਭਾਂਡੇ ਨੇ ਉਹਨਾਂ ਤੇ ਥੋੜੇ ਦਿਨਾਂ ਬਾਅਦ ਹਰੇ ਰੰਗ ਦੀ ਜਿਹੜੀ ਹੈ ਲੇਅਰ ਜੰਮ ਜਾਂਦੀ ਹੈ। ਤਾਂ ਫਿਰ ਅਸੀਂ ਉਸਨੂੰ ਨਿੰਬੂ ਜਾਂ ਨਮਕ ਦੇ ਨਾਲ ਸਾਫ਼ ਕਰਦੇ ਹਾਂ ਤੇ ਉਹ ਸਾਫ਼ ਹੋ ਜਾਂਦੀ ਹੈ। ਤਾਂ ਉਹ ਮੈਟਲ ਜਿਹੜੀ ਲੇਅਰ ਹੈ ਉਹ ਕਿਹਦੀ ਬਣੀ ਹੁੰਦੀ ਹੈ, ਮਿਕਸਚਰ ਆਫ ਕਾਪਰ ਹਾਈਡਰੋਕਸਾਈਡ ਐਂਡ ਕਾਪਰ ਕਾਰਬੋਨੇਟ। ਜਸਵਿੰਦਰ kept one of the metal in open air and catches fire। Name this non-metal। ਇੱਕ ਨੌਨ ਮੈਟਲ ਹੈ, ਜਦੋਂ ਅਸੀਂ ਉਹਨੂੰ ਹਵਾ ਦੇ ਵਿੱਚ ਰੱਖਦੇ ਹਾਂ ਤਾਂ ਉਹਨੂੰ ਅੱਗ ਲੱਗ ਜਾਂਦੀ ਹੈ, ਤਾਂ ਉਸ ਮੈਟਲ ਦਾ ਕੀ ਨਾਮ ਹੈ, ਉਸ ਨੌਨ ਮੈਟਲ ਦਾ ਕੀ ਨਾਮ ਹੈ? ਮਰਕਰੀ ਮੈਟਲ ਹੈ, ਕਾਪਰ ਵੀ ਮੈਟਲ ਹੈ, ਤੇ ਇਹਦੇ ਵਿੱਚੋਂ ਫਿਰ ਕਿਹੜੀ ਨੌਨ ਮੈਟਲ ਆ ਗਈ, ਫਾਸਫੋਰਸ। Pop sound is heard when a gas is tested by a teacher with the help of burning matchstick। Which gas is this? ਇੱਕ ਜਦੋਂ ਗੈਸ ਪ੍ਰੋਡਿਊਸ ਹੁੰਦੀ ਹੈ ਉਹਨੂੰ ਜਦੋਂ ਆਪਾਂ ਮੈਚਸਟਿਕ ਯਾਨੀ ਕਿ ਮਾਚਿਸ ਦੀ ਤਿੱਲੀ ਜਲਦੀ ਹੀ ਲੈ ਕੇ ਜਾਂਦੇ ਆ ਤਾਂ ਉਹ ਪੌਪ ਦੀ ਆਵਾਜ਼ ਪਟਾਕਾ ਜਿਹਾ ਪੈਂਦਾ ਹੈ, ਤਾਂ ਉਸਨੂੰ ਆਪਾਂ ਕਿਹੜੀ ਗੈਸ ਕਹਿੰਦੇ ਆ, ਉਸਨੂੰ ਆਪਾਂ ਕਹਿੰਦੇ ਆ ਹਾਈਡਰੋਜਨ। ਨੈਕਸਟ, ਸੋਨਾਲੀ's mother does not store lemon pickle in aluminium vessel। Why? ਸੋਨਾਲੀ ਦੀ ਮਦਰ ਜਿਹੜੀ ਹੈ ਅਲਮੀਨੀਅਮ ਦੇ ਬਰਤਨ ਦੇ ਵਿੱਚ ਨਿੰਬੂ ਦਾ ਅਚਾਰ ਨਹੀਂ ਰੱਖਦੀ। ਕਿਉਂ? ਕਿਉਂਕਿ ਦੇਖੋ ਆਪਾਂ ਐਲੂਮੀਨੀਅਮ ਕੀ ਹੈ, ਮੈਟਲ। ਤਾਂ ਮੈਟਲ ਦੇ ਵਿੱਚ ਤੇ ਲੈਮਨ ਕੀ ਹੈ, ਖੱਟਾ ਯਾਨੀ ਕਿ ਐਸਿਡ। ਐਸਿਡ ਜਦੋਂ ਮੈਟਲ ਦੇ ਨਾਲ ਰਿਐਕਟ ਕਰਦੇ ਨੇ ਤੇ ਉਹ ਸੌਲਟ ਬਣਾ ਦਿੰਦੇ ਨੇ, ਖਰਾਬ ਕਰ ਦਿੰਦੇ ਨੇ। ਸੋ ਇਸ ਕਰਕੇ ਨਹੀਂ ਰੱਖਦੇ ਕਿਉਂਕਿ ਪਿਕਲ ਜਿਹੜਾ ਹੈ ਉਹ ਸਪੋਇਲ ਹੋ ਜਾਂਦਾ ਹੈ। Next, Jaspal has learned that metals generally produce hydrogen gas। ਜਸਪਾਲ ਨੇ ਪੜ੍ਹਿਆ ਕਿ ਜਿਹੜੀਆਂ ਮੈਟਲਸ ਆ ਉਹ ਕੀ ਪ੍ਰੋਡਿਊਸ ਕਰਦੀਆਂ ਨੇ, ਹਾਈਡਰੋਜਨ ਗੈਸ। ਕਦੋਂ? ਜਦੋਂ ਐਸਿਡ ਦੇ ਨਾਲ ਰਿਐਕਟ ਕਰਦੀਆਂ ਨੇ।
He placed one of the metal in dilute HCl but no reaction occur. ਇੱਕ ਉਹਨੇ ਮੈਟਲ ਪਰ HCl ਦੇ ਵਿੱਚ ਯਾਨੀ ਕਿ ਹਾਈਡਰੋਕਲੋਰਿਕ ਐਸਿਡ ਦੇ ਵਿੱਚ ਰੱਖੀ ਪਰ ਉਹਨੂੰ ਕੁਝ ਨਹੀਂ ਹੋਇਆ। ਤਾਂ ਉਸ ਮੈਟਲ ਦਾ ਕੀ ਨਾਮ ਹੈ? ਉਸ ਮੈਟਲ ਦਾ ਨਾਮ ਹੈ copper. Nisha placed iron nail in copper sulfate solution. ਲੋਹੇ ਦਾ ਕਿਲ ਨੇ ਯਾਨੀ ਕਿ ਨਿਸ਼ਾ ਨੇ ਕਾਪਰ ਸਲਫੇਟ ਯਾਨੀ ਕਿ ਨੀਲੇ ਤੂਤੇ ਦੇ ਵਿੱਚ ਰੱਖਿਆ ਤਾਂ ਉਹਦਾ ਕਲਰ ਕੀ ਹੋ ਜਾਏਗਾ? ਇਹ ਆਪਾਂ 4th ਲੈਸਨ ਦੇ ਵਿੱਚ ਐਕਟੀਵਿਟੀ ਵੀ ਕੀਤੀ ਸੀ। ਉਹਦਾ ਨਾਮ ਹੈ ਜੀ, ਉਹ ਕਲਰ ਹੋ ਜਾਏਗਾ ਬਲੂ ਕਲਰ ਕਨਵਰਟ ਹੋ ਜਾਏਗਾ ਗ੍ਰੀਨ ਦੇ ਵਿੱਚ। Sudhir's teacher has asked about one of the non-metal which has luster. Sudhir ਦੀ ਟੀਚਰ ਨੇ ਕਿਹਾ ਕਿ ਜਿਹੜੀ ਇੱਕ ਨੌਨ ਮੈਟਲ ਹੈ ਉਹ ਚਮਕਦਾਰ ਹੈ, ਉਸ ਮੈਟਲ ਦਾ ਕੀ ਨਾਮ ਹੈ? ਉਸ ਮੈਟਲ ਦਾ ਨਾਮ ਹੈ, ਆਂਸਰ ਆ ਜਾਏਗਾ ਬੇਟਾ ਫਾਸਫੋਰਸ। Next, magnesium oxide is obtained on burning magnesium ribbon in the air. Magnesium ribbon ਨੂੰ ਜਦੋਂ ਹਵਾ ਦੇ ਵਿੱਚ ਜਲਾਉਂਦੇ ਹਾਂ ਯਾਨੀ ਕਿ ਆਕਸੀਜਨ ਦੀ ਪ੍ਰੈਜ਼ੈਂਸ ਜਲਾਉਂਦੇ ਹਾਂ ਤਾਂ ਉਹ ਕੀ ਬਣਾ ਦਿੰਦਾ? ਮੈਗਨੀਸ਼ੀਅਮ ਆਕਸਾਈਡ। ਤਾਂ ਮੈਗਨੀਸ਼ੀਅਮ ਆਕਸਾਈਡ ਦੀ ਕੈਮੀਕਲ ਨੇਚਰ ਕੀ ਹੋ ਜਾਏਗੀ? ਉਹ ਹੋ ਜਾਏਗੀ ਬੇਸਿਕ। What would be the connected in place of iron nail in given circuit? ਇਹ ਪਿਕਚਰ ਥੋੜੀ ਕਲੀਅਰ ਨਹੀਂ ਹੈ। ਇਹਦੇ ਵਿੱਚ ਦਿਖਾਇਆ ਇੱਕ ਸੈੱਲ ਹੈ ਔਰ ਬਲਬ ਦੇ ਨਾਲ ਵਾਇਰ ਜਲਾਇਆ ਔਰ ਇਹਦੇ ਵਿੱਚ ਆਪਾਂ ਨੇਲ ਲਿੱਤਾ ਹੈ ਯਾਨੀ ਕਿ ਆਇਰਨ ਨੇਲ ਲਿੱਤਾ ਹੈ so that a continuous flow of current is maintained. ਪਰ ਕੁਐਸਚਨ ਦੇ ਵਿੱਚ ਪੁੱਛਿਆ ਹੈ ਕਿ ਅਗਰ ਅਸੀਂ ਆਇਰਨ ਨੇਲ ਦੀ ਥਾਂ ਤੇ ਕੁਝ ਹੋਰ ਕੀ ਲੈ ਸਕਦੇ ਹਾਂ ਜਿਹਦੇ ਨਾਲ ਬਲਬ ਜਗਣਾ ਸ਼ੁਰੂ ਹੋ ਜਾਏ? ਗ੍ਰੇਫਾਈਟ, ਵੁੱਡ, ਪਲਾਸਟਿਕ, ਰਬੜ। ਤਾਂ ਵੁੱਡ, ਪਲਾਸਟਿਕ, ਰਬੜ ਦੇ ਵਿੱਚੋਂ ਕਰੰਟ ਪਾਸ ਨਹੀਂ ਹੁੰਦਾ ਤਾਂ ਆਪਾਂ ਗ੍ਰੇਫਾਈਟ ਯਾਨੀ ਕਿ ਪੈਨਸਲ ਦਾ ਸਿੱਕਾ ਜਿਹੜਾ ਹੈ ਉਹ ਅਸੀਂ ਲੈ ਸਕਦੇ ਹਾਂ ਤਾਂ ਉਹਦੇ ਵਿੱਚੋਂ ਜਿਹੜਾ ਬਲਬ ਹੈ ਉਹ ਗਲੋ ਕਰੇਗਾ। What will be the color of the copper sulfate in water solution? ਅਗਰ ਅਸੀਂ ਕਾਪਰ ਸਲਫੇਟ ਨੂੰ ਪਾਣੀ ਦੇ ਵਿੱਚ ਪਾਵਾਂਗੇ ਤਾਂ ਕਿਹੜੇ ਕਲਰ ਦਾ ਹੋ ਜਾਏਗਾ? ਬਲੂ ਕਲਰ ਦਾ। Neha is converting a substance into thin sheet by hammering. ਤਾਂ ਨੇਹਾ ਹੈਮਰਿੰਗ ਯਾਨੀ ਕਿ ਹਥੌੜੀ ਦੇ ਨਾਲ ਇੱਕ ਸਬਸਟੈਂਸ ਨੂੰ ਪਤਲੀ ਸ਼ੀਟ ਦੇ ਵਿੱਚ ਕਰ ਰਹੀ ਸੀ। Which of the following substance ਨੇਹਾ may use? ਤਾਂ ਉਹ ਕਿਹੜੀ ਚੀਜ਼ ਸੀ ਜਿਹੜੀ ਨੇਹਾ ਯੂਜ਼ ਕਰ ਰਹੀ ਸੀ? ਕਾਪਰ, ਕਲੋਰੀਨ, ਸਲਫਰ, ਆਕਸੀਜਨ। ਤਾਂ ਇਹਦੇ ਵਿੱਚੋਂ ਇਹਦਾ ਆਨਸਰ ਹੈ ਬੇਟਾ ਜੀ ਕਾਪਰ, ਕਿਉਂਕਿ ਕਾਪਰ ਕੀ ਹੈ? ਮੈਟਲ। ਤਾਂ ਮੈਟਲ ਨੂੰ ਆਪਾਂ ਕੀ ਕਰਦੇ ਹਾਂ? ਸ਼ੀਟਸ ਦੇ ਵਿੱਚ ਬਦਲ ਸਕਦੇ ਹਾਂ ਯਾਨੀ ਕਿ ਮੈਲਾਬਿਲਿਟੀ ਇਹਦੀ ਕੁਆਲਿਟੀ ਹੈ। ਨੈਕਸਟ, ਡਾਕਟਰ ਡਾਇਗਨੋਸ ਡੈਫੀਸ਼ੀਐਂਸੀ ਆਫ ਆਇਰਨ ਇਨ ਮੀ। ਡਾਕਟਰ ਨੇ ਡਾਇਗਨੋਸ ਕੀਤਾ ਯਾਨੀ ਕਿ ਦੇਖਿਆ ਕਿ ਮੇਰੇ ਵਿੱਚ ਕਾਹਦੀ ਕਮੀ ਹੈ? ਆਇਰਨ ਦੀ, ਯਾਨੀ ਕਿ ਲੋਹੇ ਦੀ ਕਮੀ ਹੈ ਆਇਰਨ। ਵੇਅਰ ਦਾ ਆਇਰਨ ਮੇ ਬੀ ਪ੍ਰੈਜ਼ੈਂਟ ਇਨ ਮਾਈ ਬੋਡੀ। ਤਾਂ ਸਾਡੀ ਬੋਡੀ ਦੇ ਵਿੱਚ ਪ੍ਰੈਜ਼ੈਂਟ ਕਿੱਥੇ ਹੁੰਦਾ ਹੈ? ਬੋਨਸ, ਹੇਅਰਸ ਤੇ ਬਲੱਡ, ਨਨ ਆਫ ਥੀਸ। ਜਦੋਂ ਆਪਾਂ ਅਨੀਮਿਕ ਯਾਨੀ ਕਿ ਦੇਖਦੇ ਹਾਂ ਕਿ ਸਾਨੂੰ ਕਮੀ ਹੈ ਤਾਂ ਬਲੱਡ ਟੈਸਟ ਹੁੰਦਾ ਹੈ ਤਾਂ ਇਹ ਕਿੱਥੋਂ ਪਤਾ ਚੱਲਦਾ ਹੈ? ਬਲੱਡ ਦੇ ਵਿੱਚ ਆਇਰਨ ਦੀ ਕਮੀ ਹੈ ਕਿ ਨਹੀਂ। ਨੈਕਸਟ ਆ ਗਿਆ ਜੀ ਲੈਸਨ ਨੰਬਰ 5, ਕੋਲ ਐਂਡ ਪੈਟਰੋਲੀਅਮ। Mamta is listing items of daily use and also separating natural and man-made items. Which of the following substance is not natural? Mamta ਨੇ daily use ਦੀ ਆਈਟਮ ਦੇਖਿਆ ਤੇ ਉਹਨੇ ਨੈਚੁਰਲ ਤੇ ਮੈਨ-ਮੇਡ ਆਈਟਮਸ ਨੂੰ ਅਲੱਗ-ਅਲੱਗ ਕਰਨਾ ਸ਼ੁਰੂ ਕਰਤਾ। ਤੁਸੀਂ ਦੱਸੋ ਇਹਨਾਂ ਵਿੱਚੋਂ ਨੈਚੁਰਲ ਚੀਜ਼ ਕਿਹੜੀ ਨਹੀਂ ਹੈ? ਏਅਰ, ਸਨਲਾਈਟ, ਕੋਲ, ਗਲਾਸ। ਤਾਂ ਇਹਨਾਂ ਵਿੱਚੋਂ ਗਲਾਸ ਜਿਹੜਾ ਹੈ ਉਹ ਮੈਨ-ਮੇਡ ਹੈ। A road is being constructed in front of Prem's house. ਪ੍ਰੇਮ ਦੇ ਘਰ ਦੇ ਅੱਗੇ ਰੋਡ ਬਣ ਰਹੀ ਸੀ ਤਾਂ ਉਸਨੇ ਦੇਖਿਆ ਕਿ ਬਲੈਕ ਸਬਸਟੈਂਸ ਦਾ ਜਿਹੜਾ ਮਟੀਰੀਅਲ ਹੈ ਉਹ ਰੋਡ ਕੰਸਟਰਕਸ਼ਨ ਲਈ ਯੂਜ਼ ਕਰ ਰਹੇ ਸੀ ਤਾਂ ਅਸੀਂ ਉਸ ਨੂੰ ਕੀ ਕਹਿੰਦੇ ਆ? ਉਸਦਾ ਆਨਸਰ ਹੈ ਬੇਟਾ ਜੀ ਬਿਟੂਮਿਨ। ਕੋਲ ਦੀ ਫਾਰਮ ਹੈ। ਜਤਿੰਦਰ came to know that the petroleum is dark colored liquid. ਜਤਿੰਦਰ ਨੇ ਦੇਖਿਆ ਕਿ ਜਾਂ ਉਹਨੂੰ ਪਤਾ ਚੱਲਿਆ ਕਿ ਪੈਟਰੋਲੀਅਮ ਜਿਹੜਾ ਹੈ ਉਹ ਡਾਰਕ ਕਲਰ ਲਿਕੁਇਡ ਦਾ ਹੈ ਯਾਨੀ ਕਿ ਕਾਲੇ ਰੰਗ ਦਾ ਲਿਕੁਇਡ ਹੈ ਔਰ ਉਹਦੀ ਬੈਡ ਸਮੈਲ ਹੈ ਔਰ ਉਹਦੇ ਵਿੱਚ ਬਹੁਤ ਸਾਰੇ ਸਬਸਟੈਂਸਸ ਮਿਕਸ ਹੈ। Which of the following is not a component of petroleum? ਇਹਨਾਂ 'ਚ ਦੱਸੋ ਕਿ ਕਿਹੜਾ ਕੰਪੋਨੈਂਟ ਪੈਟਰੋਲੀਅਮ ਦਾ ਨਹੀਂ ਹੈ? ਤਾਂ ਇਹਦੇ 'ਚੋਂ ਹੈ ਆਨਸਰ ਕੋਲ ਗੈਸ।
Shai's teacher tell him that many useful products are derived from petroleum and natural gas which are known as petrochemical. ਟੀਚਰ ਨੇ ਦੱਸਿਆ ਕਿ ਬਹੁਤ ਸਾਰੇ ਜਿਹੜੇ ਚੀਜ਼ਾਂ ਨੇ ਪ੍ਰੋਡਕਟਸ ਨੇ ਉਹ ਪੈਟਰੋਲੀਅਮ ਤੋਂ ਬਣਦੇ ਨੇ ਤੇ ਜਿਨ੍ਹਾਂ ਨੂੰ ਆਪਾਂ ਹੋਰ ਕੀ ਕਹਿੰਦੇ ਆ ਨਾ ਪੈਟਰੋਕੈਮੀਕਲਸ ਕੀ ਕਹਿੰਦੇ ਆ ਵਾਟ ਇਜ਼ ਦਾ ਨੇਮ ਗਿਵਨ ਟੂ ਪੈਟਰੋਲੀਅਮ ਡਿਊ ਟੂ ਹਾਈ ਇਕਨੋਮਿਕ ਵੈਲਿਊ ਤਾਂ ਇਸ ਕਰਕੇ ਅਸੀਂ ਪੈਟਰੋਲੀਅਮ ਨੂੰ ਹੋਰ ਕੀ ਨਾਮ ਦਿੰਦੇ ਹਾਂ ਬਲੂ ਗੋਲਡ ਗ੍ਰੀਨ ਗੋਲਡ ਵਾਈਟ ਗੋਲਡ ਬਲੈਕ ਗੋਲਡ ਤਾਂ ਕਿਉਂਕਿ ਕਾਲੇ ਰੰਗ ਦਾ ਹੈ ਇਸ ਕਰਕੇ ਅਸੀਂ ਉਸ ਨੂੰ ਨਾਮ ਦਿੰਦੇ ਹਾਂ ਬਲੈਕ ਗੋਲਡ ਯਾਨੀ ਕਿ ਕਾਲਾ ਸੋਨਾ ਕਿਉਂਕਿ ਸੋਨਾ ਜਿਹੜਾ ਹੈ ਉਹ ਮਹਿੰਗਾ ਹੁੰਦਾ ਹੈ ਇਸ ਕਰਕੇ ਇਹਦਾ ਨਾਮ ਕੀ ਰੱਖਿਆ ਹੈ ਬਲੈਕ ਗੋਲਡ Kulveer ran out of cooking gas. Kulveer wants to know which gas is present in cylinder of cooking gas. ਜਿਹੜੇ ਘਰਾਂ ਦੇ ਵਿੱਚ ਤੁਸੀਂ ਸਿਲੰਡਰ ਯੂਜ਼ ਕਰਦੇ ਹੋ ਖਾਣਾ ਬਣਾਉਣ ਵਾਸਤੇ ਉਹਨਾਂ ਵਿੱਚ ਕਿਹੜੀ ਗੈਸ ਭਰੀ ਹੁੰਦੀ ਹੈ CNG LPG LPG CPG ਸਭ ਨੂੰ ਪਤਾ ਹੈ ਕਿਹੜੀ ਭਰੀ ਹੁੰਦੀ ਹੈ LPG liquefied petroleum gas. Today teacher tell us about the limited supply of petroleum diesel and they are exhausting rapidly teacher ਨੇ ਦੱਸਿਆ ਕਿ ਲਗਾਤਾਰ ਜਿਹੜੀ ਸਪਲਾਈ ਹੋ ਰਹੀ ਹੈ ਪੈਟਰੋਲੀਅਮ ਦੀ ਤੇ ਡੀਜ਼ਲ ਦੀ ਜਿਸ ਦੇ ਨਾਲ ਐਗਜ਼ੌਸਟ ਖਤਮ ਹੁੰਦਾ ਜਾ ਰਹੇ ਨੇ ਦਸ ਵਾਟ ਵੀ ਸ਼ੁਡ ਕੰਸੀਡਰ ਵਾਈਲ ਡਰਾਈਵ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਡਰਾਈਵ ਕਰਨ ਲਈ ਇਹ ਅੱਗੇ ਵੀ ਕੁਐਸਚਨ ਆਇਆ ਸੀ ਤਾਂ ਸਾਨੂੰ ਬੇਟਾ ਜੀ ਇਹਨਾਂ ਚੋਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਪਣਾਉਣੀਆਂ ਚਾਹੀਦੀਆਂ ਨੇ ਕਿ ਟਾਇਰ ਜਿਹੜਾ ਹੈ ਉਹਦੇ ਵਿੱਚ ਹਵਾ ਠੀਕ ਹੋਵੇ ਕਾਰ ਦੀ ਮੇਨਟੇਨੈਂਸ ਵੀ ਹੋਵੇ ਤੇ ਲਗਾਤਾਰ ਜਿਹੜੀ ਹੈ ਜਾਂ ਸਲੋ ਤੇ ਕਨਸਟੈਂਟ ਵੈਲੋਸਿਟੀ ਦੇ ਸਾਨੂੰ ਡਰਾਈਵ ਕਰਨੀ ਚਾਹੀਦੀ ਹੈ ਇਸ ਕਰਕੇ ਇੱਥੇ ਆਪਸ਼ਨ ਆ ਜਾਏਗੀ ਔਨ ਅਬਵ ਅਕੋਰਡਿੰਗ ਟੂ ਟੀਚਰ Million years back, forests were buried under the soil and due to high pressure and temperature, they were converted to coal. Conversion of dead plant into coal is known as ਕਿਉਂਕਿ ਜਿਹੜੇ ਕੋਇਲਾ ਵਗੈਰਾ ਨੇ ਬਹੁਤ ਅੰਡਰ ਪ੍ਰੈਸ਼ਰ ਤੇ ਟੈਂਪਰੇਚਰ ਨਾਲ ਲੱਖਾਂ ਸਾਲਾਂ ਬਾਅਦ ਬਣੇ ਨੇ ਤਾਂ ਇਸ ਨੂੰ ਆਪਾਂ ਕੀ ਕਹਿੰਦੇ ਹਾਂ ਕਾਰਬਨਾਈਜੇਸ਼ਨ ਸੋ ਇਹ ਸੀ ਬੇਟਾ ਤੁਹਾਡੇ 5 ਚੈਪਟਰ ਨੈਕਸਟ ਲਈ ਤੁਸੀਂ ਨੈਕਸਟ ਵੀਡੀਓ ਦੇਖੋ ਥੈਂਕ ਯੂ